ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿ ਵਾਹਿ ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਵਾਹਿ ਸੰਤੋ ਮਨ ਪਵਨੈ ਸੁਖ ਬਣਿਆ, ਵਾਹਿ ਵਾਹਿ ਕਿਛ ਜੋਗ ਪ੍ਰਾਪਤ ਗਣਿਆ। ਰਹਾਉ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲਿਏ ਦਰਵਾਜੇ, ਬਾਜੀ ਵਾਲੇ ਅਨਹਦ ਬਾਜੇ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਭਾ ਕਰਿਆ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮਾਨਿਆ। ਕਹੋ ਕਬੀਰ ਜਨ ਜਾਣਿਆ, ਵਾਹਿ ਜੋ ਜਾਣਿਆ ਤਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेरामतमयी रखे हथ का सदका जीवन का अज का दिन भी प्राप्त होया, और इस नवे दिन की जो नवे जन्म समान है शुरुआत करन दा बल भी साहिब जी ने नज़रे इनायत करदियां इस ब्रह्मंड दे सब तो पावन स्थान रूहानीयत दे मरकज़ अनंत ब्रह्मंडां दियां तमाम गैबी शक्तियां जिथे झाड़ू लाउंदियां होइयां दिखाई पैंदियां हन। सचखंड श्री हरमंदर साहिब विखे प्रदान कीता है। साहिब जी दे दरों निवाजे हुए कीर्तनियां तो बड़े प्रेम रस विच सर्वत्र आशा पूर्ण करनहार श्री आशा की वार दे कीर्तन आपने प्रेम सहित सरवण कीते ने। फिर साहिब जी दे दर तो प्राप्त होए मुबारक हुक्मनामे का पाठ सरवण किया है।
ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਸਾਹਿਬ ਜੀ ਦੇ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂ ਪਾਵਨ ਬੋਲ ਭਗਤ ਸਿਰਮੌਰ ਭਗਤ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਆਪ ਜੀ ਨੇ ਆਤਮ ਜਗਤ ਦੇ ਬੜੇ ਗਹਿਰੇ ਰਾਜ ਸਾਡੇ ਨਾਲ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਅਪਣਾ ਕੇ ਕੋਈ ਵੀ ਮਨੁੱਖ ਇਤਨੀ ਮਹਾਨ ਅਵਸਥਾ ਪ੍ਰਾਪਤ ਕਰ ਸਕਦਾ ਹੈ, ਜਿਸ ਤਰ੍ਹਾਂ ਦੀ ਅਵਸਥਾ ਕਬੀਰ ਜੀ ਨੂੰ ਪ੍ਰਾਪਤ ਹੋਈ ਹੈ। ਬਾਹਰ ਦੀ ਦੁਨੀਆ ਦੇ ਬਾਦਸ਼ਾਹ ਇਤਿਹਾਸ ਵਿੱਚ ਆਪ ਨੂੰ ਬਥੇਰੇ ਮਿਲ ਜਾਣਗੇ ਔਰ ਇੱਕ ਦੂਜੇ ਦਾ ਰਾਜ ਹਥਿਆਉਣ ਵਾਸਤੇ, ਸਿੰਘਾਸਣ ਖੋਹਣ ਵਾਸਤੇ ਬੜੇ ਭਿਆਨਕ ਨਰਸੰਹਾਰ ਕਰਦੇ ਹੋਏ ਦਿਖਾਈ ਪੈਣਗੇ, ਯੁੱਧ ਕਰਦੇ ਹੋਏ ਦਿਖਾਈ ਪੈਣਗੇ, ਆਪਣੇ ਪਰਿਵਾਰ ਤੇ ਸਗੇ ਸੰਬੰਧੀਆਂ ਦੇ ਖੂਨ ਵਿੱਚ ਤੈਰਦੇ ਹੋਏ ਦਿਖਾਈ ਪੈਣਗੇ, ਤੇ ਫਿਰ ਕਿਧਰੇ ਜਾ ਕੇ ਉਹਨਾਂ ਨੂੰ ਥੋੜ ਚਿਰਾ ਸਿੰਘਾਸਣ ਪ੍ਰਾਪਤ ਹੁੰਦਾ ਹੈ। ਉਹ ਵੀ ਸਾਰਿਆਂ ਨੂੰ ਨਹੀਂ ਹੁੰਦਾ। ਜੰਗ ਤੇ ਭਗਤ ਕਬੀਰ ਜੀ ਨੇ ਵੀ ਬਥੇਰਾ ਕੀਤਾ ਹੈ, ਭਗਤਾਂ ਨੂੰ ਕਰਨਾ ਹੀ ਪੈਂਦਾ ਹੈ, ਪਰ ਉਹ ਜੰਗ, ਉਹ ਯੁੱਧ, ਉਹ ਸੰਘਰਸ਼ ਆਪਣੇ ਮਨ ਦੇ ਵਿਕਾਰਾਂ ਨਾਲ ਆਉਂਦਾ ਹੈ, ਹੰਕਾਰ ਨਾਲ ਹੁੰਦਾ ਹੈ, ਤੇ ਫਿਰ ਇਸ ਵਿਕਾਰਾਂ ਤੋਂ ਜਿੱਤ ਪ੍ਰਾਪਤ ਕਰਕੇ ਇੱਕ ਐਸਾ ਸਿੰਘਾਸਣ ਨਸੀਬ ਹੁੰਦਾ ਹੈ ਜਿਸ ਨੂੰ ਆਤਮ ਜਗਤ ਦਾ ਸ਼ਹਿਨਸ਼ਾਹੀ ਸਿੰਘਾਸਣ ਆਖਿਆ ਜਾ ਸਕਦਾ ਹੈ, ਜਿਸ ਨੂੰ ਰੱਬੀ ਸਿੰਘਾਸਣ ਆਖਿਆ ਜਾ ਸਕਦਾ ਹੈ। ਕਬੀਰ ਜੀ ਨੇ ਇਸ ਦਾ ਜ਼ਿਕਰ ਵੀ ਕੀਤਾ ਹੈ, ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਅੰਦਰ ਬੜਾ ਯੁੱਧ ਵਿਕਾਰਾਂ ਨਾਲ ਕਰਨਾ ਪਿਆ, ਆਪਣੇ ਅਹੰਕਾਰ ਨਾਲ ਕਰਨਾ ਪਿਆ, ਤੇ ਤਾਂ ਜਾ ਕੇ ਇਹ ਨਿਰੰਕਾਰ ਦਾ ਸਿੰਘਾਸਣ ਪ੍ਰਾਪਤ ਹੋਇਆ। ਭੱਟ ਜਨਾਂ ਦੇ ਵੀ ਬੋਲ ਨੇ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈ ਬੈਠਾਇਓ। ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਮਹਾਨ ਬਰਕਤ, ਪਰਮੇਸ਼ਵਰ ਦਾ ਸਿੰਘਾਸਣ ਜਪਦਿਆਂ ਜਪਦਿਆਂ, ਪਹਿਲੇ ਜਪਣਾ ਵੀ ਇੱਕ ਯੁੱਧ ਕਰਨ ਸਮਾਨ ਹੈ, ਘੱਟ ਨਹੀਂ, ਕਿਉਂਕਿ ਮਨ ਇਸ ਨਾਲ ਸਹਿਮਤ ਹੀ ਨਹੀਂ ਹੁੰਦਾ, ਮਨ ਇਸ ਨਾਲ ਰਾਜੀ ਨਹੀਂ ਹੁੰਦਾ। ਭਾਵੇਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਿਰਾਜਮਾਨ ਭਗਤ ਜਨ, ਭੱਟ ਜਨ, ਸਾਹਿਬ ਜੀ ਦੇ ਨਿਕਟਵਰਤੀ ਔਰ ਗੁਰੂਦੇਵ ਪਾਤਸ਼ਾਹ ਆਪ ਬਾਰ-ਬਾਰ ਇਸ ਗੱਲ ਦੀ ਤਾਕੀਦ ਕਰਦੇ ਨੇ
ਕਿ ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਪਰ ਸਾਡਾ ਸੰਸਾਰੀਆਂ ਦਾ ਮਨ ਸਹਿਮਤ ਹੀ ਨਹੀਂ ਆਉਂਦਾ, ਤੇ ਸਗੋਂ ਕਈ ਤਾਂ ਬੜਾ ਵੱਡਾ ਇਤਰਾਜ਼ ਵੀ ਕਰਦੇ। ਜਿਨ੍ਹਾਂ ਮਨੁੱਖਾਂ ਦੀ ਆਪਣੀ ਦ੍ਰਿਸ਼ਟੀ ਕਮਜ਼ੋਰ ਹੋਵੇ, ਦ੍ਰਿਸ਼ਟੀ ਬਾਧਿਤ ਹੋਵਣ ਤੇ ਰੋਸ਼ਨੀ ਨਾ ਝੱਲ ਸਕਦੇ ਹੋਵਣ ਨੇਤਰ, ਉਹ ਅਕਸਰ ਤੇਜ਼ ਚੱਲ ਰਹੀ ਲਾਈਟ ਦਾ ਵਿਰੋਧ ਕਰਦੇ ਨੇ, ਬਈ ਬੰਦ ਕਰ ਦਿਓ। ਸੂਰਜ ਦੇ ਸਾਹਮਣੇ ਦੇਖਣ ਨਹੀਂ ਆਉਂਦਾ। ਬਿਲਕੁਲ ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਜਾਪ ਨਾਲ ਨਹੀਂ ਜੁੜਿਆ ਹੋਇਆ, ਅੰਦਰ ਬਹੁਤ ਕਮਜ਼ੋਰੀਆਂ ਨੇ, ਐਸਾ ਮਨੁੱਖ ਨਾਮ ਜਪਣ ਵਾਲਿਆਂ ਦਾ, ਨਾਮ ਦਾ ਤੇ ਪਰਮਾਤਮਾ ਦਾ ਵੀ ਵਿਰੋਧ ਕਰਦਾ। ਪਰ ਹੈ ਇਹ ਹਕੀਕਤ, ਇਹ ਸਦੀਵੀ ਸੱਚ ਹੈ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਸਦੀਵੀ ਸੱਚ ਹੈ ਕਿ ਜਪਣ ਵਾਲਿਆਂ ਨੂੰ ਪਰਮਾਤਮਾ ਆਪਣੀ ਗੋਦ, ਆਪਣਾ ਸਿੰਘਾਸਣ ਪ੍ਰਦਾਨ ਕਰਦਾ। ਬੜੇ ਗਹਿਰੇ ਰਸ ਲਬਰੇਜ਼ ਬੋਲ ਕਬੀਰ ਜੀਆਂ ਨੇ ਇਹਨਾਂ ਮਹਾਨ ਪੰਕਤੀਆਂ ਦੁਆਰਾ ਸਾਡੀ ਝੋਲੀ 'ਚ ਪਾਏ ਹਨ। ਕਹਿੰਦੇ ਨੇ, ਸੰਤੋ ਮਨ ਪਵਨੈ ਸੁਖ ਬਣਿਆ। ਇਹ ਮਨ ਸਦਾ ਭਟਕਦਾ ਰਿਹਾ, ਇਹ ਮਨ ਉੱਡਣ ਪੰਖੇਰੂ ਬਨ ਕਾ, ਉੱਡਦਾ ਰਿਹਾ, ਭਰਮਦਾ ਰਿਹਾ, ਭਟਕਦਾ ਰਿਹਾ, ਤੇ ਜਗ੍ਹਾ ਜਗ੍ਹਾ ਲੋਕਾਂ ਦੇ ਵਿਛਾਏ ਹੋਏ ਜਾਲ 'ਚ ਫਸਦਾ ਰਿਹਾ, ਵਹਿਮ ਦੇ ਜਾਲ 'ਚ ਫਸਦਾ ਰਿਹਾ, ਤੋਮਾਤ ਦੇ ਜਾਲ 'ਚ ਫਸਦਾ ਰਿਹਾ, ਪਾਖੰਡੀਆਂ ਦੇ ਜਾਲ ਵਿੱਚ ਫਸਦਾ ਰਿਹਾ। ਸਾਧ ਸੰਗਤ, ਪਾਰ ਬ੍ਰਹਮ ਪਰਮੇਸ਼ਵਰ ਨੇ ਪੰਛੀਆਂ ਲਈ ਖੁੱਲ੍ਹਾ ਆਕਾਸ਼ ਬਣਾਇਆ ਹੈ, ਸੀਮਾਵਾਂ ਕੋਈ ਨਹੀਂ ਰੱਖੀਆਂ। ਬਹੁਤ ਵੱਡਾ ਅਥਾਹ, ਜਿਸ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ, ਇਤਨਾ ਵੱਡਾ ਆਕਾਸ਼ ਨਿਰਬਾਧਿਤ ਬਣਾਇਆ। ਪ੍ਰਵਾਜ਼ ਕਰਨ ਲੱਗਿਆ ਪੰਛੀ ਦੇ ਸਾਹਮਣੇ ਵਾਧਾ ਕੋਈ ਨਹੀਂ। ਪਰ ਸਾਧ ਸੰਗਤ ਫੇਰੇ ਜਾਲ 'ਚ ਫਸ ਜਾਂਦਾ ਹੈ, ਥੋੜ੍ਹੇ ਜਿਹੇ ਲਾਲਚ ਵਿੱਚ ਫਸ ਜਾਂਦਾ ਹੈ। ਦੂਰ ਕਿਉਂ ਜਾਈਏ, ਆ ਨੇੜੇ ਹੀ ਹੈ ਦਰਿਆ ਬਿਆਸ ਦਾ ਕਿਨਾਰਾ, ਸ੍ਰੀ ਬਾਬਾ ਬਕਾਲਾ ਸਾਹਿਬ। ਸਤਿਗੁਰੂ ਖੁੱਲ੍ਹੇ ਆਕਾਸ਼ ਵਰਗਾ ਹਿਰਦਾ ਰੱਖਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਰਾਜਮਾਨ ਨੇ। ਧੰਨ ਧੰਨ ਮਾਤ ਗੁਜਰੀ ਸਾਹਿਬਾ ਬਿਰਾਜਮਾਨ ਨੇ, ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਸਰਗੁਣ ਰੂਪ ਗੁਰੂ ਤੇਗ ਬਹਾਦਰ ਜੀ ਦੇ ਮੌਜੂਦ ਹੁੰਦਿਆਂ 22 ਤਰ੍ਹਾਂ ਦੇ ਲੋਕ ਜਾਲ ਵਿਛਾ ਕੇ ਬੈਠੇ ਹੋਏ ਸਨ, ਤੇ ਸਾਡੇ ਵਰਗੇ ਉਹਦੇ ਵਿੱਚ ਫਸਦੇ ਜਾਂਦੇ ਸਨ। ਉਹ ਭੁੱਲਦੇ ਜਾਂਦੇ ਸਨ, ਉਹ ਦੂਰ ਹੁੰਦੇ ਜਾਂਦੇ ਸਨ। ਤੇ ਫਿਰ ਇੱਕ ਕਬੀਰ ਜੈਸੇ ਹਿਰਦੇ ਵਰਗਾ ਆਇਆ, ਜਿਸ ਦਾ ਨਾਮ ਸੀ ਭਾਈ ਮੱਖਣ ਸ਼ਾਹ। ਭਰੋਸੇ ਨਾਲ ਭਰਿਆ ਹੋਇਆ, ਦ੍ਰਿੜਤਾ ਨਾਲ ਭਰਿਆ ਹੋਇਆ, ਤੇ ਸਤਿਗੁਰੂ ਜੀ ਦੇ ਪ੍ਰੇਮ ਨਾਲ ਭਰਿਆ ਹੋਇਆ। ਉਸਨੇ ਦੇਖਿਆ ਇਹ ਤਾਂ 22 ਗੁਰੂ ਬਣੇ ਹੋਏ ਨੇ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਵਾਕਈ ਅਣਜਾਣ ਹਾਂ, ਮੈਨੂੰ ਨਹੀਂ ਸਮਝ, ਮੈਂ ਨਹੀਂ ਜਾਣ ਸਕਦਾ, ਪਰ ਜਿਵੇਂ ਤੂੰ ਮੇਰਾ ਜਹਾਜ਼ ਤਾਰ ਲਿਆ ਹੈ ਨਾ ਇਸ ਪਾਖੰਡ ਦੇ ਸਾਗਰ ਵਿੱਚ, ਮੈਨੂੰ ਅੱਜ ਵੀ ਗੋਤਾ ਨਾ ਖਾਣ ਦੇਣਾ, ਮੈਨੂੰ ਅੱਜ ਵੀ ਡੁੱਬਣ ਨਾ ਦੇਣਾ। ਜਿਸ ਜਗ੍ਹਾ ਆਪ ਬਿਰਾਜਮਾਨ ਹੋ ਉੱਥੇ ਹੀ ਮੈਨੂੰ ਬੁਲਾ ਲੈਣਾ। ਤੇ ਸਾਰਿਆਂ ਕੋਲ ਹੁੰਦੇ ਹੁੰਦੇ ਆਖਿਰ ਸੂਰਜ ਅਸਤ ਹੋਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਵਾਜ਼ੇ 'ਚ ਪਹੁੰਚ ਗਏ ਸਨ। ਕੁਝ ਆ ਜਾਂਦੇ ਨੇ ਇਸ ਤਰ੍ਹਾਂ ਦੇ, ਜਿਨ੍ਹਾਂ ਦੇ ਕਰਕੇ ਜਾਲ ਟੁੱਟ ਜਾਂਦੇ।
ਬੜੇ ਬੜੇ ਲਾਲਚ ਦਿੱਤੇ ਗਏ ਭਾਈ ਮਨੀ ਸਿੰਘ ਜੀ ਨੂੰ, ਤੁਹਾਡਾ ਬੰਦ ਕੱਟ ਦਿਆਂਗੇ, ਡਰਾਵੇ ਵੀ ਦਿੱਤੇ ਗਏ, ਪਰ ਉਹ ਜਾਲ ਵਿੱਚ ਨਹੀਂ ਫਸ ਸਕੇ। ਉਹ ਗੁਰੂ ਰੂਪੀ ਆਕਾਸ਼ ਵਿੱਚ ਪ੍ਰਵਾਸ ਕਰ ਗਏ, ਉਡਾਰੀ ਲਾ ਗਏ। ਮਨ ਵਾਸਤੇ ਪ੍ਰਭੂ ਨੇ ਵੱਡਾ ਖੁੱਲ੍ਹਾ ਆਕਾਸ਼ ਆਪਣਾ ਆਪ ਰੱਖਿਆ ਹੋਇਆ, ਪਰ ਸਾਡਾ ਮਨ ਫਿਰ ਜਾਲ 'ਚ ਫਸ ਜਾਂਦਾ ਹੈ, ਫਿਰ ਦੁਖੀ ਹੁੰਦਾ ਹੈ, ਫਿਰ ਫੜਾਉਂਦਾ ਹੈ, ਔਰ ਫਿਰ ਵਿਕਾਰਾਂ ਦੇ ਜਾਲ 'ਚ ਫਸਿਆ ਹੋਇਆ ਵਿਕਾਰਾਂ ਦਾ ਨਿਵਾਲਾ ਹੀ ਬਣ ਜਾਂਦਾ। ਬੜੇ ਗਹਿਰੇ ਬੋਲ ਨੇ ਭਗਤ ਜੀ ਦੇ, ਸੰਤੋ ਮਨ ਪਵਨੈ ਸੁਖ ਬਣਿਆ। ਇਹ ਜਿਹੜਾ ਮਨ ਦੌੜਦਾ ਪਿਆ ਸੀ, ਪਵਨ ਵਾਂਗੂ ਚੰਚਲ ਸੀ, ਹੁਣ ਗੁਰੂ ਦੀ ਮਿਹਰ ਨਾਲ ਸੁਖ ਦਾ ਅਨੁਭਵ ਹੋਇਆ ਹੈ। ਮਨ ਪਵਨੈ ਸੁਖ ਬਣਿਆ, ਕਿਸ ਜੋਗ ਪ੍ਰਾਪਤ ਕਰਿਆ। ਥੋੜਾ ਜਿਹਾ ਜੁੜਨਾ ਨਸੀਬ ਹੋਇਆ, ਥੋੜਾ ਜਿਹਾ ਜੁੜਨਾ ਪ੍ਰਾਪਤ ਹੋਇਆ। ਜੋਗ ਦਾ ਅਰਥ ਜੁੜਨਾ ਹੀ ਹੈ, ਇਹ ਤੇ ਜੋਗ ਦਾ ਅਰਥ ਜੋਗ ਸਾਧਨਾ ਨਹੀਂ। ਥੋੜਾ ਜਿਹਾ ਇਸ ਪਾਸੇ ਵਿਚਾਰ ਵਿੱਚ ਆਇਆ, ਇਹ ਸਤਿਗੁਰੂ ਜੀ ਦੀ ਮਿਹਰ ਸਦਕਾ। ਮਹਾਰਾਜ ਜੀ ਨੇ ਬਾਣੀ 'ਚ ਇਸ ਦਾ ਖੁਲਾਸਾ ਵੀ ਕੀਤਾ ਹੈ। ਬੜੇ ਗਹਿਰੇ ਬੋਲ ਨੇ ਆਪ ਜੀ ਦੇ, ਫਰਮਾਨ ਕਰਦੇ ਹੋਏ ਕਹਿੰਦੇ ਨੇ ਗੁਰੂ ਨੇ ਮਿਹਰ ਕਰਕੇ ਕਰ ਦਿੱਤੀ ਹੈ ਤੇ ਮਨ ਵਸ ਵਿੱਚ ਆ ਗਿਆ। ਔਰ ਇਸੇ ਤਰ੍ਹਾਂ ਹੀ ਆਉਂਦਾ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਬੜੇ ਗਹਿਰੇ ਤੇ ਰਸ ਲਬਰੇਜ਼ ਬੋਲ ਨੇ। ਆਓ ਨਾਲ ਨਾਲ ਇਹਨਾਂ ਪਾਵਨ ਬਚਨਾਂ ਦਾ ਪਾਠ ਸੁਣੀਏ ਤੇ ਨਾਲੇ ਅੱਖਰੀ ਅਰਥ ਵਿਚਾਰੀਏ। ਪੇਸ਼ਤਰ ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨੈ ਸੁਖ ਬਣਿਆ। ਇਹ ਜਿਹੜਾ ਮਨ ਚੰਚਲ ਸੀ, ਡੋਲਦਾ ਸੀ, ਭਟਕਦਾ ਫਿਰਦਾ ਸੀ, ਪੰਖੇਰੂ ਬਣਿਆ ਹੋਇਆ ਸੀ ਤੇ ਦੁੱਖ ਨਾਲ ਤੜਪਦਾ ਸੀ, ਹੁਣ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਬਰਕਤ ਬਣੀ, ਨਜ਼ਰੇ ਇਨਾਇਤ ਬਣੀ ਤੇ ਨਾਮ ਨਾਲ ਜੁੜ ਕੇ ਇਹ ਸੁਖ ਦਾ ਅਨੁਭਵ ਕਰ ਰਿਹਾ ਹੈ। ਕਿਛ ਜੋਗ ਪ੍ਰਾਪਤ ਗਣਿਆ। ਥੋੜਾ ਜਿਹਾ ਮਿਲਣਾ ਪ੍ਰਾਪਤ ਹੋਇਆ ਤੇ ਇਸ ਗਿਣਤੀ ਵਿੱਚ ਗਿਣਿਆ ਗਿਆ, ਕਿਛ ਜੋਗ ਪ੍ਰਾਪਤ ਗਣਿਆ। ਸਾਧ ਸੰਗਤ, ਇਹ ਜੁੜਨਾ ਹਰ ਇੱਕ ਨੂੰ ਨਸੀਬ ਨਹੀਂ ਆਉਂਦਾ, ਕੋਈ ਵਿਰਲਾ ਹੁੰਦਾ ਹੈ ਜਿਹੜਾ ਗੁਰੂ ਦੇ ਕੋਲ ਆ ਕੇ ਫਿਰ ਜੁੜ ਜਾਂਦਾ ਹੈ, ਸਮਰਪਿਤ ਹੋ ਜਾਂਦਾ, ਨਹੀਂ ਤਾਂ ਬੜਾ ਔਖਾ ਬਣੇਗਾ। ਸਤਿਗੁਰੂ ਮਹਾਰਾਜ ਜੀ ਦੇ 10 ਜਾਮਿਆਂ ਦਾ ਆਪਣੇ ਇਤਿਹਾਸ ਪੜ੍ਹਿਆ, ਵਿਚਾਰਿਆ ਹੈ ਤੇ ਬਾਰ-ਬਾਰ ਦੁਹਰਾਇਆ। ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਸਾਥੀ ਮਾਤਾਵਾਂ, ਮਹਾਰਾਜ ਜੀਆਂ ਦੇ ਮਹਿਲ, ਉਹਨਾਂ ਦਾ ਵੀ ਜੀਵਨ ਕੁਰਬਾਨੀ ਨਾਲ ਭਰਿਆ ਹੋਇਆ। ਬੜੀ ਵੱਡੀ ਕੁਰਬਾਨੀ ਹੈ ਜਿਸ ਨੂੰ ਮੈਂ ਅਰਜ਼ ਕਰਾਂ ਕੋਈ ਬਿਆਨ ਵੀ ਨਹੀਂ ਕਰ ਸਕਦਾ। ਜੇ ਸ਼ੁਰੂਆਤ ਵਿੱਚ ਹੀ ਦੇਖੀਏ ਤੇ ਧੰਨ ਧੰਨ ਮਾਤ ਸੁਲੱਖਣੀ ਸਾਹਿਬਾ, ਜਿਨ੍ਹਾਂ ਦਾ ਨਾਮ ਵੀ ਸੁਲੱਖਣੀ ਹੈ ਤੇ ਸੁਭਾਅ ਵੀ ਸੁਲੱਖਣਾ। ਸਤਿਗੁਰੂ ਦੇਵ ਪਾਤਸ਼ਾਹ ਜੀ ਪਹਿਲੀ ਉਦਾਸੀ ਵਿੱਚ ਕੋਈ ਲਗਭਗ 12 ਸਾਲ ਘਰੋਂ ਬਾਹਰ ਰਹੇ ਤੇ ਇੱਕ ਵੀ ਪੱਤਰ ਨਹੀਂ ਲਿਖਿਆ, ਇੱਕ ਵੀ ਜਗ੍ਹਾ ਨਹੀਂ ਦੱਸੀ, ਇੱਕ ਵੀ ਸੰਦੇਸ਼ ਨਹੀਂ ਭੇਜਿਆ ਕਿ ਮੈਂ ਕਿੱਥੇ ਹੈਗਾ। ਤੇ ਸਾਧ ਸੰਗਤ, 2 ਬੱਚੇ ਹੋਵਣ, ਪਰਿਵਾਰ ਹੋਵੇ ਤੇ ਆਮਦਨ ਦਾ ਪਿੱਛੋਂ ਕੋਈ ਸਾਧਨ ਨਾ ਹੋਵੇ ਤੇ ਦੁਨੀਆ ਤਾਨੇ ਦੇਣ ਵਾਲੀ ਹੋਵੇ, ਤੇ ਉਸ ਵੇਲੇ ਫਿਰ ਜੋ ਹਾਲਾਤ ਇੱਕ ਮਹਾਨ ਪਤੀਵਰਤਾ ਪਤਨੀ ਤੇ ਗੁਜ਼ਰਦੇ ਨੇ, ਉਹਨਾਂ ਨੂੰ ਹੋਰ ਕੋਈ ਨਹੀਂ ਜਾਣਦਾ, ਉਹੀ ਜਾਣ ਸਕਦੇ ਨੇ। ਧੰਨ ਧੰਨ ਮਾਤ ਸੁਲੱਖਣੀ ਜੀ ਦੀ ਬੜੀ ਵੱਡੀ ਕੁਰਬਾਨੀ, ਬੜਾ ਵੱਡਾ ਜਿਗਰਾ ਹੈ, ਬੜੀ ਵੱਡੀ ਤਪੱਸਿਆ ਹੈ। ਫਿਰ ਦੂਜੇ ਗੁਰੂ ਕੇ ਮਹਿਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ
ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ 'ਚ 2 ਵਾਰੀ ਆਇਆ। ਧੰਨ ਧੰਨ ਮਾਤਾ ਖੀਵੀ ਸਾਹਿਬਾ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਆਖਿਆ ਮਹਾਰਾਜ ਤੁਹਾਨੂੰ ਗੁਰੂ ਨਾਨਕ ਆਪਣਾ ਗਹਿਣਾ ਬਣਾ ਕੇ, ਅੰਗਦ ਦਾ ਮਤਲਬ ਗਹਿਣਾ ਹੁੰਦਾ ਹੈ, ਬਾਜੂ ਬੰਦ, ਕੰਠਾ ਆਦਿਕ ਜਿਹੜਾ ਅੰਗ ਨਾਲ ਲੱਗਿਆ ਰਹੇ, ਆਪਣਾ ਗਹਿਣਾ ਬਣਾ ਕੇ, ਅੰਗ ਬਣਾ ਕੇ, ਅੰਗੇ ਖੁਦਾ ਬਣਾ ਕੇ ਆਪਣਾ ਸਿੰਘਾਸਣ ਬਖਸ਼ਿਆ ਹੈ। ਤੇ ਮੇਰੀ ਝੋਲੀ 'ਚ ਕਿਹੜੀ ਬਖਸ਼ਿਸ਼ ਪਈ ਹੈ? ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਭਗਵਾਨ ਨੇ ਬੜਾ ਵੱਡਾ ਸਵਾਲ ਕੀਤਾ ਹੀ, ਪਰ ਇਸ ਦਾ ਜਵਾਬ ਇਹ ਹੈ ਕਿ ਗੁਰੂ ਨਾਨਕ ਤੁਹਾਨੂੰ ਲੰਗਰ ਦਾ ਕੜਛਾ ਬਖਸ਼ ਗਏ ਹਨ। ਇਹ ਲੰਗਰ ਦਾ ਕੜਛਾ ਤੁਹਾਡੇ ਵਾਸਤੇ, ਤੁਸੀਂ ਲੰਗਰ ਵਿੱਚ ਸੇਵਾ ਕਰੋ। ਤੇ ਸ਼ੁਕਰਾਨਾ ਕਰਦਿਆਂ ਹੋਇਆਂ ਸੀਸ ਝੁਕਾ ਕੇ ਮਾਤ ਖੀਵੀ ਜੀਆਂ ਨੇ ਉਹ ਕੜਛਾ ਮਸਤਕ ਤੇ ਲਾ ਲਿਆ। ਤੇ ਆਪ ਨੇ ਇਤਿਹਾਸ ਪੜ੍ਹਿਆ ਹੈ, ਗੁਰੂ ਅਰਜਨ ਦੇਵ ਜੀ ਤੱਕ ਮਾਤ ਖੀਵੀ ਜੀ ਲੰਗਰ ਦੀ ਸੇਵਾ ਕਰਦੇ ਰਹੇ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਖਿਆਲੀ। ਦਿਨ ਰਾਤ ਜਾਗ ਕੇ ਜਪ ਕਰਦਿਆਂ, ਸ਼ੁਕਰਾਨਾ ਕਰਦਿਆਂ ਮਾਤਾ ਖੀਵੀ ਲੰਗਰਾਂ ਵਿੱਚ ਰੌਣਕਾਂ ਤੇ ਲੰਗਰਾਂ ਵਿੱਚ ਬਰਕਤਾਂ ਤੇ ਲੰਗਰਾਂ ਵਿੱਚ ਮਿਠਾਸ ਵੰਡਦੇ ਰਹੇ। ਬੜੀ ਵੱਡੀ ਉਹਨਾਂ ਦੀ ਕੁਰਬਾਨੀ। ਮਹਾਰਾਜ ਗੁਰੂ ਅੰਗਦ ਦੇਵ ਚੱਲਣ ਲੱਗਿਆ ਜਦ ਆਪ ਨੇ ਖਡੂਰ ਸਾਹਿਬ ਜਾਣਾ ਸੀ ਤੇ ਆਖਣ ਲੱਗੇ, ਭਾਗਵਾਨੇ ਅਸੀਂ ਕੁਝ ਮਹੀਨਿਆਂ ਲਈ ਕਿਤੇ ਜਾਣਾ ਹੈ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਪਰ ਤੁਸੀਂ ਕਿਸੇ ਨੂੰ ਨਾ ਦੱਸਣਾ। ਤੇ ਮਾਤ ਖੀਵੀ ਜੀਆਂ ਨੇ ਹੱਥ ਜੋੜੇ, ਨੇਤਰਾਂ ਵਿੱਚ ਉਹਨਾਂ ਦੇ ਜਲ ਹੈਗਾ ਸੀ। ਆਖਣ ਲੱਗੇ, ਸਵਾਮੀ ਜੀ ਗੱਲ ਇਹ ਹੈ, ਜੇ ਤੁਸੀਂ ਮੈਨੂੰ ਦੱਸ ਕੇ ਜਾਓਗੇ ਤਾਂ ਜਦੋਂ ਸਿੱਖਾਂ ਨੇ ਆ ਜਾਣਾ ਨਾ ਮੇਰੇ ਕੋਲ, ਹੰਝੂਆਂ ਨਾਲ ਨੇਤਰ ਭਰੇ ਹੋਣਗੇ, ਤਰਲੇ ਵਾਲੀ ਜ਼ਬਾਨ ਹੋਵੇਗੀ, ਝੁਕੇ ਹੋਏ ਸੀਸ ਹੋਣਗੇ, ਤੇ ਮੈਨੂੰ ਪੁੱਛ ਲਿਆ ਕਿ ਸਤਿਗੁਰੂ ਕਿੱਥੇ ਨੇ ਤੇ ਮੇਰੇ ਕੋਲੋਂ ਦੱਸਿਆ ਜਾਣਾ, ਮੇਰੇ ਕੋਲੋਂ ਇਹ ਰਾਜ ਨਹੀਂ ਰੱਖਿਆ ਜਾਣਾ। ਇਸ ਲਈ ਕਿਰਪਾ ਕਰੋ, ਜੇ ਆਪ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਤਾਂ ਮੈਨੂੰ ਵੀ ਦੱਸ ਕੇ ਨਾ ਜਾਓ। ਕਿਤਨੀ ਵੱਡੀ ਕੁਰਬਾਨੀ ਹੈ ਸਾਧ ਸੰਗਤ। ਨਾਲ ਨਹੀਂ ਚੱਲੇ, ਇਹ ਨਹੀਂ ਕਿਹਾ ਬਈ ਦੱਸ ਕੇ ਜਾਓ, ਲਿਖ ਕੇ ਜਾਓ, ਐਡਰੈਸ ਪਤਾ ਦੇ ਕੇ ਜਾਓ। ਆਖਿਆ ਜੇ ਤੁਹਾਡੀ ਰਜ਼ਾ ਇਸ ਤਰ੍ਹਾਂ ਹੀ ਹੈ ਤੇ ਫਿਰ ਮੈਨੂੰ ਵੀ ਦੱਸ ਕੇ ਨਾ ਜਾਓ। ਫਿਰ ਸਾਧ ਸੰਗਤ ਮਾਤ ਭਾਨੀ ਜੀ ਦਾ ਜੇ ਜ਼ਿਕਰ ਕਰੀਏ ਤੇ ਉਹਨਾਂ ਵਰਗਾ ਜੀਵਨ ਹੋਰ ਕਿਸ ਦਾ ਹੋ ਸਕਦਾ ਹੈ। ਫਿਰ ਧੰਨ ਧੰਨ ਮਾਤ ਗੰਗਾ ਜੀ ਦਾ ਜ਼ਿਕਰ ਕਰੀਏ, ਉਹਨਾਂ ਕੌਮ ਦੀ ਉਸ ਵੇਲੇ ਬਿਖਮ ਸਮੇਂ ਵਿੱਚ ਅਗਵਾਈ ਕੀਤੀ ਜਦ 6ਵੇਂ ਪਾਤਸ਼ਾਹ 5ਵੇਂ ਗੁਰੂਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗਵਾਲੀਅਰ ਕਿਲੇ ਵਿੱਚ 52 ਰਾਜਿਆਂ ਨੂੰ ਰਿਹਾ ਕਰਾਉਣ ਵਾਸਤੇ ਗਏ ਹੋਏ ਸਨ। ਜੇਲ੍ਹ 'ਚ ਨਹੀਂ ਗਏ ਮਹਾਰਾਜ, ਕੋਈ ਸਜ਼ਾ ਭੁਗਤਣ ਵਾਸਤੇ ਨਹੀਂ ਗਏ, ਕੋਈ ਮੁਕੱਦਮਾ ਨਹੀਂ ਸੀ ਚੱਲਿਆ। ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ 52 ਰਾਜਿਆਂ ਨੂੰ ਛੁਡਾਉਣ ਵਾਸਤੇ ਗਏ, ਰਿਹਾ ਕਰਾਉਣ ਲਈ ਗਏ। ਇਤਿਹਾਸ ਦੱਸਦੇ ਵੇ ਵੀ ਕੋਈ ਮੁਕੱਦਮਾ ਚੱਲਿਆ ਜਾਂ ਕੋਈ ਕੇਸ ਦਾਇਰ ਹੋਇਆ ਤੇ ਉਹਦੀ ਸਜ਼ਾ ਹੋਈ ਤੇ ਫਿਰ ਗਵਾਲੀਅਰ ਦੇ ਕਿਲੇ ਵਿੱਚ ਗਏ, ਨਹੀਂ ਪਰਉਪਕਾਰ ਵਾਸਤੇ। ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਗੁਰ ਕਾ ਸਿੱਖ ਬਿਕਾਰ ਤੇ ਹਟ ਹੈ। ਪਰ ਗੁਰੂ ਘਰ ਦੇ ਦੋਖੀਆਂ ਨੇ ਪ੍ਰਚਾਰ ਦਿੱਤਾ ਵੀ ਸਜ਼ਾ ਹੋ ਗਈ ਹੈ, ਪਹਿਲੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਤੇ ਹੁਣ ਇਹਨਾਂ ਦੀ ਵਾਰੀ ਹੈ। ਉਸ ਕਿਲੇ 'ਚੋਂ ਜਿਉਂਦਾ ਕਦੀ ਆਇਆ ਕੋਈ? ਵਾਕਈ ਇਹ ਮਾਨ ਸਿੰਘ ਤੋਮਰ ਦੁਆਰਾ ਬਣਾਇਆ ਹੋਇਆ ਗਵਾਲੀਅਰ ਦਾ ਕਿਲਾ ਜਦ ਮੁਗਲ ਬਾਦਸ਼ਾਹਾਂ ਕੋਲ ਆਇਆ ਤੇ ਇਸ ਦਾ ਇਤਿਹਾਸ ਇਹ ਹੀ ਹੈ, ਜਿਉਂਦਾ ਕਿਲੇ ਵਿੱਚ ਕੋਈ ਆਇਆ ਹੈ ਪਰ ਜਿਉਂਦਾ ਗਿਆ ਨਹੀਂ। ਇਹ ਸਤਿਗੁਰੂ ਜੀ ਵੀ ਜਾਣਦੇ ਸਨ ਕਿ ਉੱਥੇ ਜਾਣਾ ਜਿਨ੍ਹਾਂ ਦਾ ਹੋਇਆ ਉਹ ਵਾਪਸ ਨਹੀਂ ਆਏ, ਪਰ ਗੁਰੂ ਸਮਰੱਥ ਨੇ ਪਾਤਸ਼ਾਹ, ਇਸ ਲਈ ਸੋਚਿਆ ਸਾਡੇ ਬਿਨਾਂ ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ।
ਦਰੋਗਾ ਕਿਲੇ ਦਾ ਤੇ ਹੋਰ ਮਹਾਰਾਜ ਦੇ ਮੁਰੀਦ ਹੋਏ, ਸੇਵਕ ਬਣੇ। ਜਹਾਂਗੀਰ ਖੁਦ ਸੇਵਕ ਬਣਿਆ ਤੇ ਸਤਿਗੁਰੂ ਨੇ ਮਹਿਮਾ ਵਰਤਾ ਕੇ, ਸਤਿਗੁਰੂ ਨੇ ਕਲਾ ਵਰਤਾ ਕੇ ਆਪਣਾ ਪੱਲਾ ਪਕੜਵਾ ਕੇ ਤੇ ਇਹਨਾਂ ਨੂੰ ਬਾਹਰ ਲਿਆਂਦਾ। ਇਹਦਾ ਮਤਲਬ ਸਾਧ ਸੰਗਤ ਇਹ ਹੈ ਕਿ ਭਾਵੇਂ ਸਾਰਾ ਸੰਸਾਰ ਗੁਰੂ ਦਾ ਪੱਲਾ ਪਕੜ ਲਵੇ, ਉਹ ਬੁਰਾਈਆਂ ਦੀ ਕੈਦ ਚੋਂ ਬਾਹਰ ਆ ਜਾਏਗਾ ਤੇ ਗੁਰੂ ਦਾ ਪੱਲਾ ਕਦੀ ਛੋਟਾ ਨਹੀਂ ਹੋਵੇਗਾ, ਸਾਰਿਆਂ ਦੇ ਹੱਥ ਵਿੱਚ ਆ ਜਾਏਗਾ। ਮਹਾਰਾਜ ਜੀ ਦੀ ਵਡਿਆਈ ਨੂੰ ਸਮਰਪਿਤ ਹੁੰਦਿਆਂ ਇੱਕ ਜੈਕਾਰਾ ਸਾਰੀ ਸੰਗਤ ਮਿਲ ਕੇ ਵੀ ਗਜਾ ਦਿਓ। ਉਸ ਵੇਲੇ ਧੰਨ ਧੰਨ ਮਾਤ ਗੰਗਾ ਜੀਆਂ ਨੇ ਗੁਰੂ ਪੰਥ ਦੀ ਅਗਵਾਈ ਕੀਤੀ। ਕਈ ਕਮਜ਼ੋਰ ਦਿਲ ਵਾਲੇ ਮਾਯੂਸ ਹੋਏ, ਉਦਾਸ ਹੋਏ ਤੇ ਮਾਤਾ ਜੀਆਂ ਨੂੰ ਬੇਨਤੀ ਕੀਤੀ ਕਿ ਹੁਣ ਸਿੱਖੀ ਦਾ ਕੀ ਹੋਵੇਗਾ। ਪਹਿਲੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ 'ਚ ਕੈਦ ਕਰ ਦਿੱਤਾ ਹੈ, ਤੇ ਹੁਣ ਕੀ ਬਣੇਗਾ ਸਿੱਖੀ ਦਾ। ਇਹ ਸਿੱਖੀ ਦਾ ਸੋਮਾ ਕਿਧਰੇ ਇਸ ਮਾਰੂ ਥਲ ਵਰਗੇ ਸਮੇਂ ਵਿੱਚ ਅਲੋਪ ਤੇ ਨਹੀਂ ਹੋ ਜਾਏਗਾ। ਤੇ ਮਾਤ ਗੰਗਾ ਜੀਆਂ ਨੇ ਉਹਨਾਂ ਨੂੰ ਬੁਲੰਦ ਆਵਾਜ਼ ਵਿੱਚ ਤੇ ਬੜੇ ਪ੍ਰੇਮਮਈ ਲਹਿਜੇ ਵਿੱਚ ਆਖਿਆ। ਗੁਰਮਤਿ ਵਿੱਚ, ਗੁਰ ਇਤਿਹਾਸ ਵਿੱਚ ਮਾਤਾ ਗੰਗਾ ਜੀਆਂ ਨੂੰ ਸਿਆਣੀ ਮਾਂ ਆਖਿਆ ਗਿਆ। ਗੰਗਾ ਮਾਤ ਹੈ ਬਹੁਤ ਸਿਆਣੀ। ਉਹਨਾਂ ਆਖਿਆ ਸ਼ੋਕ ਨਾ ਕਰੋ, ਸੁਣੋ ਗੁਰਬਾਣੀ, ਬੈਠੋ ਜਾਏ ਸ੍ਰੀ ਹਰਿ ਮੰਦਰ, ਬਾਣੀ ਸੁਣੋ ਗੁਰੂ ਤਿਸ ਅੰਦਰ। ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠੋ, ਬਾਣੀ ਦਾ ਕੀਰਤਨ ਸੁਣੋ, ਤੇ ਗੁਰੂ ਬਾਣੀ ਹੈ, ਬਾਣੀ ਗੁਰੂ ਹੈ, ਫਰਕ ਕੋਈ ਨਹੀਂ। ਇਸ ਲਈ ਆਪਣੀ ਮਹਾਨ ਸੋਚ ਨਾਲ, ਮਹਾਨ ਸਮਝ ਨਾਲ ਤੇ ਮਹਾਨ ਪਰਉਪਕਾਰ ਕਰਦਿਆਂ ਹੋਇਆਂ ਉਹਨਾਂ ਨੇ ਸਮਝਾ ਦਿੱਤਾ ਕਿ ਗੁਰੂ ਦੀ ਵਡਿਆਈ ਨੂੰ ਬਾਣੀ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਬਾਣੀ ਨਾਲ ਜੁੜ ਕੇ ਹੀ ਬਾਣਾ ਵੀ ਆ ਸਕਦਾ ਹੈ, ਤੇ ਬਾਣੀ ਤੋਂ ਬਿਨਾਂ ਕੋਈ ਖੇਡ ਬਣ ਨਹੀਂ ਸਕਦੀ। ਫਿਰ ਤੁਸੀਂ ਦੇਖਦੇ ਜਾਓ, ਧੰਨ ਧੰਨ ਮਾਤ ਗੁਜਰੀ ਸਾਹਿਬਾ, ਇੱਕ ਇੱਕ ਉਹਨਾਂ ਦੇ ਜੀਵਨ ਦਾ ਦਿਨ ਮੈਂ ਅਰਜ਼ ਕਰਾਂ ਕੁਰਬਾਨੀ ਨਾਲ ਭਰਿਆ ਹੋਇਆ। 26 ਸਾਲ ਆਨੰਦ ਕਾਰਜ ਤੋਂ ਬਾਅਦ ਇੱਕ ਸੇਵਾਦਾਰਨੀ ਦੀ ਤਰ੍ਹਾਂ ਮਾਤ ਗੁਜਰੀ ਸਾਹਿਬਾ ਜਲ ਦਾ ਕਟੋਰਾ ਲੈ ਕੇ ਤੇ ਇਹ ਬਾਬਾ ਬਕਾਲਾ ਦੀ ਪਾਵਨ ਧਰਤੀ ਤੇ ਖੜੇ ਰਹੇ। ਇੱਕ ਦਿਨ ਵੀ ਉਹਨਾਂ ਨੇ ਪਤਨੀ ਹੋਣ ਦਾ ਹੱਕ ਨਹੀਂ ਜਤਾਇਆ। ਜੋ ਮਹਾਰਾਜ ਕਹਿੰਦੇ ਰਹੇ ਉਹੀ ਕਰਦੇ ਰਹੇ। ਉਸका सब कुछ था गुजरा, उसका दिल और जहां गुजरी, गुजर सकता नहीं कोई जहां से गुजरी मां गुजरी। उन्हें राहां तो लंघना ही बड़ा औखा है। फिर अपने पति का धड़ नालों वखरा होया सीस देखना ते फिर शुकराना करना ते ये कहना भला स्वामी जी जो थोड़ी रजा, थोड़ी रजा ही मेरी जिंदगी है, थोड़ी रजा ही मेरी बंदगी है। मैं अर्ज करना चाहता हाँ, ए हुण कल नूं खालसा पंथ दी मां धन धन माता साहिब कौर जियां दा जन्म दिन पहली वारी है मेरे ख्याल नाल, जे मैं गलत ना होवा, कि दीवान आस्थान मंजी साहिब विखे साडी सिख कौम दी नुमाइंदा जमात, निंदा करने वाले लोग तो बड़े ने, इन्हां दी कोई परवाह भी नहीं करनी चाहिए। इन्हां ने तो गुरु नानक देव जी तक नूं कुराइया कह दिता सी, होर बड़ा कुछ कह दिता सी। इन्हां निंदा करने वालियां ने ते गुरु तेग बहादुर साहब जी तक नूं सुदाई कह दिता सी। ये बहुत कुछ कह देंदे ने। गुरु अमरदास महाराज वर्गी अमृतमयी शख्सियत नूं निथावां कह सकते हैं। इन्हां दे कहण दी गल होर है, पर मैं बुलंद बांग अपने प्राणा तो, अपने रोम रोम तो चंगी तरह सोच के विचार के जो किणका साहिब ने मेरी झोली च मत दा पाया है, उस मुताबिक मैं ये महसूस करता हाँ
ਕਿ ਸਾਰੀ ਦੁਨੀਆ ਦੇ ਕੋਲ ਇਸ ਤਰ੍ਹਾਂ ਦੀ ਧਾਰਮਿਕ ਸੰਸਥਾ ਨਹੀਂ ਹੈ ਜਿਹੋ ਜੀ ਸੰਸਥਾ ਸਾਡੇ ਕੋਲ ਹੈ, ਔਰ ਇਸ ਸੰਸਥਾ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਾਧ ਸੰਗਤ, ਇਹੋ ਜੀ ਸੰਸਥਾ ਤੁਹਾਨੂੰ ਨਹੀਂ ਮਿਲੇਗੀ। ਸਾਰੀ ਦੁਨੀਆ ਵਿੱਚ ਮਨੁੱਖਤਾ ਤੇ ਕੋਈ ਆਪਦਾ ਪੈ ਜਾਏ, ਇਹ ਸੰਸਥਾ ਭੋਜਨ ਲੈ ਕੇ, ਦਵਾਈਆਂ ਲੈ ਕੇ, ਬਸਤਰ ਲੈ ਕੇ ਤੇ ਸਾਰੇ ਸਾਧਨ ਲੈ ਕੇ ਉੱਥੇ ਪਹੁੰਚ ਸਕਦੀ ਹੈ। ਇਹ ਵਾਹਿਦ ਸੰਸਥਾ ਹੈ ਸਾਰੇ ਸੰਸਾਰ ਦੀ ਜਿਸ ਨੂੰ ਗੁਰੂ ਦੀ ਸੰਸਥਾ ਆਖਿਆ ਜਾ ਸਕਦਾ ਹੈ, ਔਰ ਸਾਰੀ ਤੁਹਾਡੇ ਆਪਣੇ ਸਹਿਯੋਗ ਨਾਲ ਹੀ, ਤੁਹਾਡੇ ਸਮਰਪਣ ਨਾਲ ਹੀ ਨਹੀਂ ਹੋਂਦ ਵਿੱਚ ਆਈ। ਇਸ ਦੀ ਹੋਂਦ ਵਾਸਤੇ ਤੁਹਾਡੇ ਬਜ਼ੁਰਗਾਂ ਨੇ ਆਪਣੇ ਸਿਰ ਦਾਨ ਕੀਤੇ ਨੇ, ਰੇਲਾਂ ਦੇ ਥੱਲੇ ਭੋਜਨ ਛਕਾਉਣ ਵਾਸਤੇ ਆਪਣੇ ਸੀਸ ਦਾਨ ਕੀਤੇ ਨੇ, ਜੰਡਾਂ ਨਾਲ ਵੱਜ ਕੇ ਅਗਨ ਭੇਟ ਹੋਏ ਨੇ, ਔਰ ਆਪਣੀਆਂ ਕੁਰਬਾਨੀਆਂ ਖੁੱਲ੍ਹੇ ਦਿਲ ਨਾਲ ਦਿੱਤੀਆਂ ਨੇ। ਤਾਂ ਇਹ ਦੁਨੀਆ ਦੀ ਸਭ ਤੋਂ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਹ ਮੈਂ ਅਰਜ਼ ਕਰਾਂ, ਖਿਆਲ ਰੱਖਦੀ ਹੈ ਕਿ ਕਿਸ ਤਰ੍ਹਾਂ ਨਾਲ ਆਪਣੀਆਂ ਮਹਾਨ ਵਿਭੂਤੀਆਂ ਨੂੰ ਸਮਰਪਿਤ ਹੋਣਾ ਹੈ। ਇਹ ਪਹਿਲੀ ਦਫਾ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਵਧਾਈ ਦੇ ਪਾਤਰ ਨੇ। ਪਹਿਲੀ ਦਫਾ ਧੰਨ ਧੰਨ ਮਾਤ ਸਾਹਿਬ ਕੌਰ ਜੀਆਂ ਦਾ 340 ਸਾਲਾਂ ਜਨਮ ਦਿਨ ਮਨਾਇਆ ਜਾ ਰਿਹਾ ਮੰਜੀ ਸਾਹਿਬ ਵਿਖੇ। ਇਹ ਪਹਿਲੀ ਦਫਾ ਹੈ ਮੇਰੇ ਖਿਆਲ ਨਾਲ। ਜੇ ਪਹਿਲਾਂ ਹੋਵੇਗਾ ਤੇ ਮੈਨੂੰ ਬਾਅਦ ਵਿੱਚ ਦੱਸ ਦਿਆ ਜੇ, ਮੈਂ ਉਸ ਤਰ੍ਹਾਂ ਸੁਧਾਈ ਕਰ ਲਵਾਂ। ਤੇ ਅੱਗੇ ਤੋਂ ਉਸ ਤਰ੍ਹਾਂ ਨਾਲ ਬੇਨਤੀ ਕਰ ਦਿਆ ਕਰਾਂਗਾ, ਪਤਾ ਨਹੀਂ ਕਿਤਨੇ ਜਨਮਾਂ ਦੀ ਬੰਦਗੀ ਹੋਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਾਰੇ ਤਾਂ ਆਪ ਲਿਖਿਆ ਹੈ ਕਿ ਜਿੱਥੇ ਹੇਮਕੁੰਟ ਪਰਬਤ ਹੈਗਾ ਹੈ, ਉੱਥੇ ਅਸੀਂ ਪਿਛਲੇ ਜਨਮ ਵਿੱਚ ਜਾਪ ਕਰਦੇ ਰਹੇ, ਸਿਮਰਨ ਦੀ ਵਡਿਆਈ ਪ੍ਰਗਟ ਕਰਦੇ ਨੇ। ਪਰ ਸੱਚ ਜਾਣਨਾ, ਮਾਤ ਸਾਹਿਬ ਕੌਰਾਂ ਬੜਾ ਵੱਡਾ ਵਪਾਰੀ ਪਰਿਵਾਰ ਸੀ ਭਾਈ ਰਾਮੂ ਜੀ ਦਾ, ਜਿਹੜੇ 1700 ਈਸਵੀ ਵਿੱਚ ਪਰਿਵਾਰ ਦੇ 4 ਮੈਂਬਰ ਆਨੰਦਪੁਰ ਸਾਹਿਬ ਆਏ ਸਨ। ਉਹਨਾਂ ਵਿੱਚ ਭਾਈ ਰਾਮੂ ਜੀ ਆਪ ਸਨ, ਔਰ ਮਾਤਾ ਜਸ ਦੇਵੀ ਉਹਨਾਂ ਦੇ ਘਰੋਂ ਬੀਬੀ ਜੀ ਆਪ ਸਨ, ਉਹਨਾਂ ਦੇ ਸਪੁੱਤਰ ਸਾਹਿਬ ਚੰਦ ਆਪ ਸਨ, ਤੇ ਨਾਲ ਉਹਨਾਂ ਦੀ ਭਾਗਾਂ ਵਾਲੀ ਸਪੁੱਤਰੀ, ਜਿਨ੍ਹਾਂ ਦੇ ਕਦਮਾਂ ਤੋਂ ਸਾਰਾ ਜਗਤ ਸਦਕੇ ਕੀਤਾ ਜਾ ਸਕਦਾ ਹੈ, ਉਹਨਾਂ ਦਾ ਨਾਮ ਸਾਹਿਬ ਦੇਵੀ ਜੀ, ਉਹ ਵੀ ਨਾਲ ਆਏ ਸਨ। ਤੇ 1700 ਈਸਵੀ ਵਿੱਚ, ਭਾਵ ਖਾਲਸਾ ਪ੍ਰਗਟ ਹੋਣ ਤੋਂ 1 ਸਾਲ ਬਾਅਦ, ਵਿਸਾਖੀ ਦਾ ਸਮਾਗਮ ਸੀ। ਇਹ 4 ਮੈਂਬਰ ਪਰਿਵਾਰ ਦੇ, ਭਾਈ ਰਾਮੂ ਜੀ, ਬੀਬੀ ਜਸ ਦੇਈ ਜੀ, ਸਾਹਿਬ ਚੰਦ ਜੀ ਤੇ ਖਾਲਸੇ ਦੀ ਮਾਂ ਮਾਤਾ ਸਾਹਿਬ ਦੇਈ ਜੀ, ਇਹ ਸਾਰੇ ਮਿਲ ਕੇ ਆਏ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਅੰਮ੍ਰਿਤਪਾਨ ਕੀਤਾ। ਇਹਨਾਂ ਨੂੰ ਸਿੰਘਾਂ ਵਾਲੇ ਨਾਮ ਬਦਲੇ ਮਿਲੇ, ਪ੍ਰਾਪਤ ਹੋਏ। ਭਾਈ ਰਾਮੂ ਜੀ, ਭਾਈ ਰਾਓ ਸਿੰਘ ਜੀ ਨਾਮ ਪ੍ਰਾਪਤ ਹੋਇਆ। ਸਾਹਿਬ ਦੇਈ ਜੀ ਨੂੰ ਸਾਹਿਬ ਕੌਰ ਜੀ ਨਾਮ ਪ੍ਰਾਪਤ ਹੋਇਆ। ਸਾਹਿਬ ਚੰਦ ਨੂੰ ਸਾਹਿਬ ਸਿੰਘ ਨਾਮ ਪ੍ਰਾਪਤ ਹੋਇਆ, ਔਰ ਇਸੇ ਤਰ੍ਹਾਂ ਬੀਬੀ ਜਸਦੇਈ ਨੂੰ ਮਾਤਾ ਜਸਦੇਵ ਕੌਰ ਨਾਮ ਪ੍ਰਾਪਤ ਹੋਇਆ। ਇਹ 4 ਮੈਂਬਰ ਪਰਿਵਾਰ ਦੇ ਆਏ ਤੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਪਿਤਾ, ਇਹ ਸਾਡੀ ਬੱਚੀ ਅਸੀਂ ਤੁਹਾਨੂੰ ਸਮਰਪਿਤ ਕੀਤੀ ਹੋਈ, ਇਹ ਤੁਹਾਡੇ ਜੀਵਨ ਵਿੱਚ ਸੇਵਕਾ ਬਣ ਕੇ ਤੁਹਾਡੀ ਸੇਵਾ ਕਰੇ। ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਨਹੀਂ, ਅਸਾਂ ਇਸ ਤਰ੍ਹਾਂ ਹੁਣ ਨਹੀਂ ਕਰਨਾ, ਕਿਉਂਕਿ ਹੁਣ ਅਸੀਂ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਿਆਦਾ ਬਣਾ ਦਿੱਤੀ। 2 ਆਨੰਦ ਕਾਰਜ ਪਹਿਲੇ ਹੋਏ ਹਨ, ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹਨਾਂ ਬਾਰ-ਬਾਰ ਬੇਨਤੀਆਂ ਕੀਤੀਆਂ ਤੇ ਮਹਾਰਾਜ ਕਹਿਣ ਲੱਗੇ, ਫਿਰ ਸੇਵਕ ਰੂਪ ਵਿੱਚ ਰਹਿ ਸਕਦੇ ਨੇ। ਇਹ ਆਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪ੍ਰਦਾਨ ਕੀਤੀ। ਸਾਰਾ ਪਰਿਵਾਰ ਨਿਹਾਲ ਹੋਇਆ, ਸੰਗਤਾਂ ਨੇ ਵਧਾਈਆਂ ਦਿੱਤੀਆਂ, ਔਰ ਆਨੰਦ ਕਾਰਜ ਵਰਗਾ ਮਾਹੌਲ ਸਿਰਜਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਜੀਵਨ ਸਾਥੀ
ਮਾਤਾ ਸਾਹਿਬ ਕੌਰ ਜੀ ਦਾ ਜੀਵਨ ਕੁਰਬਾਨੀ ਨਾਲ ਭਰਿਆ ਹੋਇਆ ਹੈ। ਦਿਨ ਰਾਤ ਸੇਵਾ ਵਿੱਚ ਲੱਗੇ ਰਹੇ, ਨਾ ਰਾਤ ਕਦੀ ਆਰਾਮ ਕਰਨ ਵੱਲ ਗਏ, ਨਾ ਦਿਨੇ ਕੋਈ ਆਲਸ ਦਿਖਾਇਆ, ਔਰ ਸਦਾ ਹੀ ਗੁਰੂ ਗੁਰੂ ਜਪਦੇ ਰਹੇ ਤੇ ਗੁਰੂ ਪਰਿਵਾਰ ਦੀ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਮਾਤਾਵਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਉਹਨਾਂ ਆਪਣਾ ਇੱਕ ਤਰ੍ਹਾਂ ਨਾਲ ਕੁਆਰਾ ਡੋਲਾ ਹੀ ਪ੍ਰਵਾਨ ਕੀਤਾ। ਔਰ ਫਿਰ ਇਸ ਢੰਗ ਨਾਲ ਇੱਕ ਦਿਨ ਮਹਾਰਾਜ ਦਇਆਲੂ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਮਿਹਰ ਦੇ ਘਰ ਵਿੱਚ ਆਏ, ਬਖਸ਼ਿਸ਼ਾਂ ਨਾਲ ਨਿਵਾਜਿਆ ਤੇ ਆਖਣ ਲੱਗੇ, ਤੁਹਾਡੇ ਮਨ ਦੀ ਕੋਈ ਇੱਛਾ ਹੈਗੀ ਹੈ? ਉਹਨਾਂ ਹੱਥ ਜੋੜੇ ਤੇ ਹੱਥ ਜੋੜ ਕੇ ਨੇਤਰ ਜਲ ਨਾਲ ਭਰੇ ਹੋਏ ਸਨ। ਬੜੇ ਸੰਕੋਚਵੇਂ ਲਹਿਜੇ ਵਿੱਚ ਮਹਾਰਾਜ ਜੀ ਨੂੰ ਬੇਨਤੀ ਕੀਤੀ, ਆਖਿਆ, ਸੱਚੇ ਪਾਤਸ਼ਾਹ, ਤੁਹਾਡੇ ਘਰ ਆਉਣ ਤੋਂ ਬਾਅਦ ਤੇ ਕੋਈ ਇੱਛਾ ਬਚੀ ਹੀ ਨਹੀਂ, ਮਨ ਇੱਛਾ ਮੁਕਤ ਹੋ ਗਿਆ ਹੈ। ਆਖਿਆ, ਫੇਰ ਵੀ ਕੋਈ ਇੱਛਾ ਹੋਵੇ ਤਾਂ ਸਾਨੂੰ ਦੱਸ ਦਿਓ। ਆਖਿਆ, ਤੁਸੀਂ ਸਭ ਕੁਝ ਤਾਂ ਦੇ ਦਿੱਤਾ ਹੈ, ਹੁਣ ਬਾਕੀ ਕੁਝ ਰਿਹਾ ਨਹੀਂ। ਮਹਾਰਾਜ ਕਹਿਣ ਲੱਗੇ, ਨਹੀਂ, ਫਿਰ ਵੀ ਮਨ ਦੀ ਕੋਈ ਭਾਵਨਾ ਹੋਵੇ ਤਾਂ ਸਾਨੂੰ ਦੱਸ ਦੇਵੋ। ਜਿਵੇਂ ਆਮ ਸਿੱਖਾਂ ਨੂੰ ਮਹਾਰਾਜ ਪੁੱਛ ਲੈਂਦੇ ਸਨ। ਤੇ ਮਾਤ ਜੀਆਂ ਨੇ ਹੱਥ ਜੋੜ ਕੇ ਬੜੇ ਸੰਕੋਚਵੇਂ ਲਹਿਜੇ ਵਿੱਚ ਬੇਨਤੀ ਕੀਤੀ, ਮਹਾਰਾਜ, ਮੇਰਾ ਵੀ ਮਨ ਕਰਦਾ ਹੈ, ਜਿਵੇਂ ਦੋਵਾਂ ਵੱਡੀਆਂ ਭੈਣਾਂ ਦੇ ਪਰਿਵਾਰ ਹਨ, ਬੱਚੇ ਹਨ, ਸਾਹਿਬਜ਼ਾਦੇ ਹਨ, ਇੱਕ ਪੁੱਤਰ ਮੇਰੇ ਵੀ ਤਨ ਵਿੱਚੋਂ ਪੈਦਾ ਹੋਵੇ, ਇੱਕ ਬੱਚਾ ਮੈਨੂੰ ਵੀ ਪ੍ਰਾਪਤ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਤੇ ਆਖਣ ਲੱਗੇ, ਇਹ ਇੱਛਾ ਤੇ ਬੜੀ ਸ਼ੁਭ ਹੈਗੀ ਹੈ। ਹਰ ਇਸਤਰੀ ਦੀ ਇਹ ਇੱਛਾ ਹੁੰਦੀ ਹੈ, ਇਸਤਰੀ ਬਣ ਕੇ ਜਿਉਣਾ, ਮਾਂ ਬਣਨਾ, ਸਿਖਰਾਂ ਨੂੰ ਸੋਹਣਾ। ਇਸਤਰੀ ਜਾਮੇ ਦੀ ਸਿਖਰ ਹੈ ਕਿ ਉਸ ਦੇ ਕੁੱਖ ਨੂੰ ਭਾਗ ਲੱਗੇ ਤੇ ਉਸ ਦੀ ਕੁੱਖ ਵਿੱਚੋਂ ਬੱਚੇ ਦਾ ਜਨਮ ਹੋਵੇ, ਉਹ ਭਾਵੇਂ ਪੁੱਤਰ ਹੋਵੇ ਭਾਵੇਂ ਪੁੱਤਰੀ ਹੋਵੇ। ਉਹਨਾਂ ਨੇ ਵੀ ਇੱਛਾ ਜ਼ਾਹਰ ਕੀਤੀ। ਮਹਾਰਾਜ ਬੜੇ ਆਨੰਦ ਵਿੱਚ ਆਏ ਤੇ ਮੁਸਕਰਾ ਕੇ ਕਹਿਣ ਲੱਗੇ, ਇਹ ਤੁਹਾਡੀ ਇੱਛਾ ਬਹੁਤ ਵੱਡੀ ਹੈ, ਪਰ ਜਿਸ ਤਰ੍ਹਾਂ ਦਾ ਤੁਹਾਡਾ ਹਿਰਦਾ ਹੈ, ਜਿਸ ਤਰ੍ਹਾਂ ਦਾ ਤੁਹਾਡਾ ਜੀਵਨ ਹੈ, ਪਤਾ ਨਹੀਂ ਕਿਤਨੇ ਅਨੰਤ ਜਨਮਾਂ ਦੀ ਬੰਦਗੀ ਹੋਵੇਗੀ ਮਾਤਾ ਸਾਹਿਬ ਕੌਰ ਜੀ ਦੀ। ਉਹ ਜਨਮ ਗਿਣੇ ਨਹੀਂ ਜਾ ਸਕਦੇ, ਉਹ ਬੰਦਗੀ ਨਾਪੀ ਤੋਲੀ ਨਹੀਂ ਜਾ ਸਕਦੀ। ਜਿਸ ਤਰ੍ਹਾਂ ਦਾ ਤੁਹਾਡਾ ਹਿਰਦਾ ਹੈ, ਜਿਸ ਤਰ੍ਹਾਂ ਦੀ ਤੁਹਾਡੀ ਬੰਦਗੀ ਹੈ, ਤੁਹਾਨੂੰ ਉਸ ਤਰ੍ਹਾਂ ਦਾ ਪੁੱਤਰ ਦਿੰਦੇ ਹਾਂ। ਔਰ ਉਹ ਪੁੱਤਰ ਹੁਣ ਸਾਲ ਦਾ ਹੋ ਗਿਆ ਹੈ ਤੇ ਤੁਹਾਡੀ ਗੋਦ ਵਿੱਚ ਪਾ ਦਿੰਦੇ ਹਾਂ। ਆਖਿਆ, ਮਹਾਰਾਜ, ਭਾਗ ਲਾ ਦੇਵੋ ਮੇਰੀ ਗੋਦ ਨੂੰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਉਹ ਭਾਗ ਤਾਂ ਪਹਿਲਾਂ ਹੀ ਲੱਗੇ ਹੋਏ ਹਨ। ਆਖਿਆ, ਮਹਾਰਾਜ, ਉਹ ਪੁੱਤਰ ਦਾ ਮੁਖੜਾ ਵੀ ਮੈਨੂੰ ਦਿਖਾਓ, ਉਹ ਪੁੱਤਰ ਦਾ ਨਾਮ ਵੀ ਮੈਨੂੰ ਦੱਸੋ ਤੇ ਮੇਰੀ ਝੋਲੀ ਵਿੱਚ ਪਾ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਜਿਹੜਾ ਪੁੱਤਰ ਤੁਹਾਡੀ ਝੋਲੀ 'ਚ ਪਾਉਣ ਲੱਗੇ ਆ ਨਾ, ਉਹ ਪੁੱਤਰ ਤੁਹਾਡਾ ਕਦੀ ਜੰਮਦਾ ਮਰਦਾ ਨਹੀਂ, ਕਦੀ ਜਨਮ ਮਰਨ ਵਿੱਚ ਨਹੀਂ ਆਉਂਦਾ। ਉਹ ਪੁੱਤਰ ਤੁਹਾਡਾ ਹੋਰ ਕੋਈ ਨਹੀਂ ਹੈ, ਉਹ ਪੁੱਤਰ ਖਾਲਸਾ ਖੁਦ ਖੁਦਾ ਪਰਮਾਤਮਾ ਦੀ ਮੌਜ, ਉਹ ਪੁੱਤਰ ਖਾਲਸਾ ਤੁਹਾਡੀ ਝੋਲੀ ਵਿੱਚ ਪਾ ਦਿੰਦੇ ਆ। ਔਰ ਨਾਲੇ ਬਿਨਾ ਪਿਓ ਪੁੱਤਰ, ਬਿਨਾ ਮਾਂ ਪਿਓ ਤੋਂ ਪੁੱਤਰ ਹੁੰਦਾ ਹੀ ਨਹੀਂ ਹੈ। ਅਸੀਂ ਵੀ ਸੋਚਦੇ ਪਏ ਸੀ ਕਿ ਇਹ ਪੁੱਤਰ ਕਿਸ ਦੀ ਝੋਲੀ ਪਾਈਏ, ਤੇ ਅਸੀਂ ਤੁਹਾਡੀ ਝੋਲੀ ਪਾ ਦਿੱਤਾ ਹੈ। ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦੀ ਮਾਂ, ਸਤਿਕਾਰਯੋਗ ਮਾਂ, ਜਿਹੋ ਜਿਹਾ ਗੁਰੂ ਪਿਤਾ, ਉਹ ਜਿਹੀ ਗੁਰੂ ਮਾਤਾ, ਪਾਰ ਬ੍ਰਹਮ ਪਰਮੇਸ਼ਵਰ ਦਾ ਸਾਖਸ਼ਾਤ ਰੂਪ ਮਾਤਾ ਸਾਹਿਬ ਕੌਰ ਜੀ ਦਾ 340 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਪਰ ਸੱਚ ਜਾਣਨਾ, ਇਸ ਵਿਚਾਰ ਨਾਲ ਵੀ ਭਾਗਾਂ ਵਾਲੇ ਹੀ ਸਹਿਮਤ ਹੋਣਗੇ। ਕੱਲ ਬੜਾ ਵੱਡਾ ਅੰਮ੍ਰਿਤ ਸੰਚਾਰ 11 ਵਜੇ ਦਿਨ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਹੈ।
ਜਿਸ ਵਿੱਚ ਸਿੰਘ ਸਾਹਿਬਾਨ ਪੰਜ ਪਿਆਰਿਆਂ ਦੇ ਰੂਪ ਵਿੱਚ ਸ਼ਾਮਲ ਹੋਣਗੇ। ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੀਆਂ ਅਸੀਸਾਂ ਲੈਣ ਵਾਸਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਪ੍ਰਾਪਤ ਕਰਨ ਵਾਸਤੇ ਕੱਲ ਕੇਸੀ ਇਸ਼ਨਾਨ ਸਣੇ ਕੇਸੀ ਕਰਕੇ ਸਾਫ ਬਸਤਰ ਪਹਿਨ ਕੇ 10:30 ਵਜੇ ਸ੍ਰੀ ਅਕਾਲ ਤਖਤ ਸਾਹਿਬ ਆ ਜਾਣ ਤੇ ਆ ਕੇ ਸ਼ਾਮਲ ਹੋਵਣ। ਤੇ ਫਿਰ ਮੈਂ ਅਰਜ਼ ਕਰਾਂ, ਗੁਰੂ ਪਾਤਸ਼ਾਹ ਦੇ ਖੰਡੇ ਬਾਟੇ ਦੁਆਰਾ ਇਹ ਅੰਮ੍ਰਿਤ ਸੰਚਾਰ ਹੋਵੇਗਾ। ਔਰ ਸਾਡਾ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਾਂ ਜਿਨ੍ਹਾਂ ਕੋਲੋਂ ਕੋਈ ਬੱਜਰ ਭੁੱਲ ਹੋਈ ਹੈ, ਉਹ ਆ ਕੇ ਫਿਰ ਇਹ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ। ਗੁਰੂ ਲਈ ਦਰਵਾਜ਼ਾ ਨਹੀਂ ਬੰਦ ਕਰਨਾ ਵੀ ਹੁਣ ਮੇਰੇ ਕੋਲੋਂ ਇਹ ਹੋ ਗਿਆ, ਹੁਣ ਮੈਂ ਇੰਝ ਹੀ ਰਹਿਣਾ, ਕਿਉਂਕਿ ਗੁਰੂ ਸਾਡੇ ਵੱਲੋਂ ਦਰਵਾਜ਼ਾ ਬੰਦ ਕਦੀ ਨਹੀਂ ਕਰਦਾ। ਇਸ ਲਈ ਕੋਈ ਬੱਜਰ ਭੁੱਲ ਹੋ ਗਈ ਹੋਵੇ ਉਹ ਵੀ ਆ ਜਾਵੇ, ਜਿਸ ਨੇ ਹਾਲੇ ਤੱਕ ਪੱਲਾ ਨਹੀਂ ਫੜਿਆ, ਅੰਮ੍ਰਿਤ ਨਹੀਂ ਛਕਿਆ, ਉਹ ਵੀ ਆ ਜਾਵੇ ਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਮਾਤਾ ਸਾਹਿਬ ਕੌਰ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਸਕਦਾ ਹੈ। ਪਰ ਸੱਚ ਜਾਣਨਾ ਇਹ ਉਹਨਾਂ ਨੂੰ ਹੀ ਪ੍ਰਾਪਤ ਹੋਵੇਗਾ ਜਿਨ੍ਹਾਂ ਦਾ ਮਨ ਪਵਨ ਰੂਪ ਭੁਲੇਖਿਆਂ ਵਿੱਚ ਉੱਡਦਾ ਨਹੀਂ ਪਿਆ। ਮਨ ਜਿਹੜਾ ਹੈ ਨਾ ਟਿਕ ਗਿਆ ਹੈ, ਮਨ ਜਿਹੜਾ ਸਮਝ ਗਿਆ ਹੈ, ਮਨ ਇਸ ਗੱਲ ਨਾਲ ਸਹਿਮਤ ਹੋਇਆ। ਚੰਚਲ ਮਨ ਵਾਲਿਆਂ ਦੀ ਖੇਡ ਨਹੀਂ ਹੈਗੀ, ਇਹ ਜੁੜੇ ਹੋਏ ਮਨ ਵਾਲਿਆਂ ਦੀ ਖੇਡ ਹੈ। ਆਓ ਪ੍ਰੇਮ ਨਾਲ ਅਗਲੇ ਬਚਨ ਸਰਵਣ ਕਰੀਏ। ਰਹਾਉ ਗੁਰ ਦਿਖਲਾਈ ਮੋਰੀ। ਭਗਤ ਜੀ ਕਹਿੰਦੇ ਨੇ ਗੁਰੂ ਨੇ ਉਹ ਰਸਤਾ ਦਿਖਾ ਦਿੱਤਾ। ਕਿਹੜਾ ਰਸਤੇ ਦਾ ਜ਼ਿਕਰ ਕਰਦੇ ਹਨ? ਜਿਤ ਮਿਰਗ ਪੜਤ ਹੈ ਚੋਰੀ। ਜਿੱਥੋਂ ਸਾਡੇ ਇੰਦਰੀਆਂ ਦੇ ਦਰਵਾਜ਼ਿਆਂ ਰਾਹੀਂ, ਨੇਤਰਾਂ ਰਾਹੀਂ ਵਾਸਨਾ ਪਰਾਏ ਰੂਪ ਦਾ ਮਿਰਗ ਸਾਡੇ ਨਾਮ ਦੀ ਖੇਤੀ, ਸਹਿਜ ਦੀ ਖੇਤੀ, ਪ੍ਰੇਮ ਇਕਾਗਰਤਾ ਦੀ ਖੇਤੀ ਨੂੰ ਵਿਨਾਸ਼ ਕਰਨ ਵਾਸਤੇ, ਖਾਣ ਵਾਸਤੇ ਪਹੁੰਚਦਾ ਹੈ। ਇਹ ਸਾਡੇ ਸਰਵਣ, ਜਿੱਥੋਂ ਨਿੰਦਾ ਚੁਗਲੀ ਦਾ ਮਿਰਗ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ। ਆ ਸਾਡੀ ਤਵਚਾ, ਜਿੱਥੋਂ ਗਲਤ ਸਪਰਸ਼ ਦਾ ਮਿਰਗ ਸਾਡੇ ਅੰਦਰ, ਸਾਡੇ ਹਿਰਦੇ ਰੂਪੀ ਖੇਤ ਨੂੰ ਉਜਾੜਨ ਵਾਸਤੇ ਪਹੁੰਚਦਾ ਹੈ। ਭਗਤ ਜੀ ਕਹਿੰਦੇ ਨੇ ਗੁਰੂ ਨੇ ਦੱਸ ਦਿੱਤਾ ਬਈ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਲੈ। ਮੂੰਦ ਲੀਏ ਦਰਵਾਜੇ। ਆਪ ਕਹਿੰਦੇ ਨੇ ਹੁਣ ਗੁਰੂ ਦੀ ਮਿਹਰ ਸਦਕਾ, ਗੁਰੂ ਦੀ ਬਖਸ਼ਿਸ਼ ਸਦਕਾ ਇਹ ਇੰਦਰੀਆਂ ਦੇ ਦੁਆਰ ਬੰਦ ਕਰ ਦਿੱਤੇ। ਭਾਵ ਹੁਣ ਮੈਂ ਸਰਵਣਾ ਨਾਲ ਪਰਾਈ ਨਿੰਦਾ ਨਹੀਂ ਸੁਣਦਾ, ਨੇਤਰਾਂ ਨਾਲ ਪਰਾਇਆ ਰੂਪ ਨਹੀਂ ਦੇਖਦਾ, ਜ਼ਬਾਨ ਨਾਲ ਰਸਾਂ ਕਸਾਂ ਵੱਲ ਨਹੀਂ ਜਾਂਦਾ, ਔਰ ਜ਼ਬਾਨ ਨਾਲ ਹੰਕਾਰ ਦੇ ਬੋਲ ਨਹੀਂ ਬੋਲਦਾ। ਇਹ ਇੰਦਰੀਆਂ ਦੇ ਦਰਵਾਜ਼ੇ ਇਸ ਤਰ੍ਹਾਂ ਬੰਦ ਹੁੰਦੇ ਨੇ। ਬੜੇ ਸੋਹਣਾ ਇੱਕ ਬਚਨ ਜਨਾਬ ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ। ਉਹ ਕਹਿੰਦੇ ਨੇ ਲੱਭਾ ਬੰਦ, ਗੋਸ਼ ਬੰਦ, ਚਸ਼ਮ ਬੰਦ, ਗਰਨ ਯਾਬੀ ਨੂਰੇ ਹੱਕ ਬਰ ਮਨ ਬਖੰਦ। ਐ ਪੁਰਖਾ ਤੂੰ ਗਲਤ ਦ੍ਰਿਸ਼ ਵਾਲਿਆਂ ਪਾਸਿਓਂ ਆਪਣੇ ਨੇਤਰਾਂ ਨੂੰ ਬੰਦ ਕਰ ਲੈ, ਬਾਕੀ ਸਭ ਕੁਝ ਦੇਖਣਾ ਹੈ। ਗਲਤ ਸਰੋਤ ਕੰਨਾਂ ਵਿੱਚ ਨਾ ਆਉਣ ਦੇ, ਗਲਤ ਬੋਲ ਪ੍ਰਗਟ ਜ਼ਬਾਨ ਤੋਂ ਨਾ ਹੋਣ ਦੇ। ਅਗਰ ਤੂੰ 3 ਕੰਮ ਕਰਨ ਵਿੱਚ ਸਫਲ ਹੋ ਜਾਏ ਤੇ ਫਿਰ ਮੈਂ ਕਹਿੰਦਾ ਹਾਂ, ਜੇ ਫੇਰ ਵੀ ਖੁਦਾ ਤੈਨੂੰ ਦੀਦਾਰ ਨਾ ਦੇਵੇ, ਫਿਰ ਮੈਨੂੰ ਬੁਰਾ ਕਹਿ ਲਈ, ਗਾਲਾਂ ਕੱਢ ਲਈ ਮੈਨੂੰ, ਬਈ ਫਕੀਰ ਨੇ ਗਲਤ ਆਖਿਆ ਹੈ। ਬੜੇ ਗਹਿਰੇ ਬੋਲ ਨੇ ਭਗਤ ਜੀ ਦੇ। ਕਹਿੰਦੇ ਨੇ ਇਹ ਦਰਵਾਜ਼ੇ ਹੁਣ ਅਸੀਂ ਬੰਦ ਕਰ ਲਏ ਹਨ। ਬਾਜੀ ਵਾਲੇ ਅਨਹਦ ਬਾਜੀ। ਇਹ ਦਰਵਾਜ਼ੇ ਬੰਦ ਕਰਨ ਨਾਲ ਹੁਣ ਅਨਹਦ ਨਾਦ ਸੁਣਾਈ ਪੈਣ ਲੱਗ ਪਿਆ ਹੈ। ਕੁੰਭ ਕਮਲ ਜਲ ਭਰਿਆ। ਇਹ ਜਿਹੜਾ ਮੇਰਾ ਹਿਰਦਾ ਕਮਲ ਰੂਪੀ ਘੜਾ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ ਸੀ, ਜਲ ਮੇਟਿਆ ਉਬਾ ਕਰਿਆ। ਗੁਰੂ ਉਪਦੇਸ਼ ਅਨੁਸਾਰ ਚੱਲਦਿਆਂ, ਵਾਹਿਗੁਰੂ ਵਾਹਿਗੁਰੂ ਜਪਦਿਆਂ, ਇਹ ਆਪਣੇ ਆਪਣੇ ਮਤ ਅਨੁਸਾਰ ਹੈ।
ਕੋਈ ਰਾਮ ਰਾਮ ਜਪੇ ਮੁਬਾਰਕ ਹੈ, ਕੋਈ ਅੱਲਾਹੂ ਜਪੇ ਬਹੁਤ ਭਾਗਾਂ ਵਾਲਾ ਹੈ। ਸਾਨੂੰ ਗੁਰੂ ਪਾਤਸ਼ਾਹ ਨੇ ਮਹਾ ਮੰਤਰ ਗੁਰਮੰਤਰ ਦੇ ਕੇ ਝੋਲੀ ਭਰੀ, ਅਸੀਂ ਇਹ ਜਪਣਾ ਹੈ। ਬਾਕੀ ਸਾਰੇ ਹੀ ਨਾਮ ਪਵਿੱਤਰ ਨੇ। ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕੇ ਲੈਣ ਜੋ ਤੇਰਾ ਨਾਮ। ਕਬੀਰ ਫਰੀਦ ਰਵਿਦਾਸ ਸਤਨਾ, ਇਹ ਨਾਮ ਜਪਣ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ। ਇੰਨਾ ਵੱਡਾ ਨਾਮ ਜਪਣ ਵਾਲੇ ਬ੍ਰਹਮ ਗਿਆਨੀਆਂ ਦਾ ਇਕੱਠ ਦੁਨੀਆ ਦੇ ਕਿਸੇ ਪੰਥ ਵਿੱਚ ਤੇ ਕਿਸੇ ਗ੍ਰੰਥ ਵਿੱਚ ਨਹੀਂ ਮਿਲੇਗਾ। ਜਿਤਨਾ ਵੱਡਾ ਇਕੱਠ ਇਹਨਾਂ ਬ੍ਰਹਮ ਗਿਆਨੀਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਨੇ। ਗੁਰੂ ਨਾਨਕ ਪੰਥ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹੁੰਦਾ ਹੈ। ਇਹ ਅੱਲਾਹੂ ਜਪਣ ਵਾਲੇ ਵੀ ਨੇ, ਇਹ ਰਾਮ ਜਪਣ ਵਾਲੇ ਵੀ ਨੇ, ਇਹ ਬੀਠੁਲ ਬੀਠੁਲ ਜਪਣ ਵਾਲੇ ਵੀ ਨੇ। ਸਾਨੂੰ ਗੁਰੂ ਨੇ ਵਾਹਿਗੁਰੂ ਨਾਮ ਝੋਲੀ 'ਚ ਪਾ ਕੇ ਨਿਵਾਜਿਆ ਹੈ। ਫਿਰ ਇਸ ਤਰ੍ਹਾਂ ਇਹ ਖੇਡ ਬਣ ਜਾਂਦੀ ਹੈ ਕਿ ਫਿਰ ਹਿਰਦੇ ਦੇ ਘੜੇ 'ਚੋਂ ਵਿਕਾਰਾਂ ਦਾ ਜਲ ਬਾਹਰ ਜਾ ਪੈਂਦਾ ਹੈ। ਕਹੋ ਕਬੀਰ ਜਨ ਜਾਣਿਆ। ਕਹਿੰਦੇ ਨੇ ਜਿਨ੍ਹਾਂ ਸੇਵਕਾਂ ਨੇ, ਜਨ ਬਹੁ ਵਚਨ ਹੈ, ਜਿਨ੍ਹਾਂ ਸੇਵਕਾਂ ਨੇ ਗੁਰੂ ਨਾਲ ਜੁੜਨ ਦੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ, ਜਿਨ੍ਹਾਂ ਨੂੰ ਇਹ ਪਤਾ ਚੱਲਿਆ ਕਿ ਮਨ ਪਵਨ ਦੀ ਤਰ੍ਹਾਂ ਉੱਡਦਾ ਪਿਆ ਹੈ, ਜਿਨ੍ਹਾਂ ਨੇ ਇਹ ਜਾਣ ਲਿਆ ਗੁਰੂ ਦੀ ਮਿਹਰ ਸਦਕਾ, ਜੋ ਜਾਣਿਆ ਤਉ ਮਨ ਮਾਨਿਆ। ਜਦੋਂ ਇਹ ਸਮਝ ਆਈ ਫਿਰ ਮਨ ਗੁਰੂ ਦੇ ਵਿਚਾਰ ਨਾਲ, ਗੁਰੂ ਦੇ ਆਧਾਰ ਨਾਲ ਤੇ ਗੁਰੂ ਦੇ ਜਪ ਬਖਸ਼ੇ ਹੋਏ ਕਿਰਦਾਰ ਨਾਲ ਸਹਿਮਤ ਹੋ ਗਿਆ। ਇਸ ਤਰ੍ਹਾਂ ਨਾਲ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਬਣੀ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ, ਉਭਾ ਕਰਿਆ। ਇਹ ਜਿਹੜਾ ਵਿਕਾਰਾਂ ਨਾਲ ਭਰਿਆ ਹੋਇਆ ਮਨ ਦਾ ਘੜਾ ਸੀ, ਇਹਦੇ 'ਚੋਂ ਵਿਕਾਰ ਰੂਪੀ ਜਲ ਬਹਾ ਦਿੱਤਾ ਤੇ ਨਾਮ ਵਾਸਤੇ ਮਨ ਸਿੱਧਾ ਹੋ ਗਿਆ। ਇਹ ਘੜਾ ਸਿੱਧਾ ਹੋ ਗਿਆ, ਗੁਰੂ ਸ਼ਬਦ ਦੀ ਬਰਕਤ ਨਾਲ ਲਬਾ ਲਬ ਭਰ ਗਿਆ। ਬੜੇ ਮਹਿਮਾਮਈ ਬੋਲ ਹਨ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਫਿਰ ਮਨ ਗੁਰੂ ਦੇ ਚਰਨਾਂ ਨਾਲ ਮਿਲ ਜਾਂਦਾ ਹੈ, ਇਸ ਗੱਲ ਨਾਲ ਸਹਿਮਤ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ ਤੇ ਸਾਡਾ ਹਿਰਦਾ ਇਸ ਪਾਵਨ ਵਿਚਾਰ ਨਾਲ ਸਹਿਮਤ ਹੋਵੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ ਇਹ ਦੋ ਪਾਵਨ ਪੰਕਤੀਆਂ ਜੋ ਸ਼ਬਦ ਦੇ ਆਖੀਰ ਵਿੱਚ ਭਾਗ ਲਾ ਰਹੀਆਂ ਹਨ, ਇਹਨਾਂ ਨੂੰ ਸਰਵਣ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕਹੋ ਕਬੀਰ ਜਨ ਜਾਣਿਆ, ਜਨ ਜਾਣਿਆ ਤੋ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।